हर के लोग हर के लोग मुको नीत दसे मटवारी नीत दसे मटवारी हर के लोग मुको नीत दसे मटवारी नीत दसे मटवारी हर के लोग ऊपर पूजा कर मैं गुर पे पुकारिया या पुकारी हर के लोग मुको नीत दसे मटवारी नीत दसे मटवारी नीत दसे मटवारी हर के लोग एक कोट पंच सिकंदरा एक कोट पंच सिकंदरा पंचे मांगे हाला पंचे मांगे हाला नहीं में किसी की कोई ऐसा दिन दुखाना हर के लोग मुको नीत दसे मटवारी नीत दसे मटवारी नीत दसे मटवारी हर के लोग नौ नाडी दसे मुसबतावे रैयत बसन न दे नौ नाडी दसे मुसबतावे रैयत बसन न दे डोरी पूरी मम्मे लाई पौमित काला नहीं हर के लोग मुको नीत दसे मटवारी नीत दसे मटवारी नीत दसे हर के लोग ऊपर पूजा कर गुर पे पुकारिया दिया उपारी हर के लोग मुको नीत दसे मटवारी नीत दसे मटवारी नीत दसे मटवारी हर के लोग
पुरख समाया उन दिया नाम लिखाए बहत्तर कर एक पुरख समाया उन दिया नाम लिखाए धर्म राय का दफ्तर सोया बाकिर मरम लगाए बाकिर मरम लगाए हर के लोगा मुका नींद से मटवारी नींद से संता को मत निंदा संत राम है संता को संता का मत कोई निंदा संत राम है एको कहो कबीर ने जो गुर पाया या का नाम बेको कहो कबीर में जो गुर पाया या का नाम बेको या का नाम बेको हर के नाम का नींद से मटवारी पंचे मांगे हाला पंचे मांगे हाला एक कोट पंच सिकदारा पंचे मांगे हाला पंचे मांगे हाला किसी की कोई पंचे मांगे हाला पंचे मांगे हाला पंचे मांगे हाला इसने ही अंदर पंच जोर बसे
पंच सिख लारा पंजे मांगे हारा इमी नहीं न किसी के कोई ऐसा देख हर के लोगा को नीत दसे पटवारी नीत दसे पटवारी हर के लोगा हर के लोगा 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 ससु ने फिर की बात देर जठानी कोई दुख संताप करके जठेरे की चुकी पान फिर रखे आगे ने सुगड़ सुजा सुनो लोगा मैं प्रेम रस पाया सुनो लोगा मैं प्रेम रस पाया सुनो लोगा हर के लोगा मुखों नीलट से पटवा हर के लोगा लोगा सुनो लोगा मैं प्रेम रस पाया दुर्जन मारे मेरी सखारे सतगुरु मोको हर नाम दिवाया सुनो लोका मैं प्रेम रस पाया दुर्जन मारे मेरी संगार सतगुरु मोको हर नाम दिवाया हर के लोगा मोको नीलट से पटवारी दोनों ही बातां हरि दे महात्मा संतां नूं वखियान करके कहियां जा रहीਆਂ हर के लोगा ਇਹ हरि दे भगतो रब दे प्यारिओ मुको नीत दस्सै पटवारी पटवारी दा काम हुंदा मिलना खेतीबाड़ी ਉਹ ਆਪਣੇ ਹਿਸਾਬ ਦੇ ਨਾਲ ਖੇਤੀ ਮਿਲਦਾ ਤੇ ਜੇ ਕਿਸੇ ਦੂਜੇ ਦੀ ਖੇਤੀ ਅਸੀਂ ਟੱਕ ਮਾਰ ਕੇ ਅੱਗੇ ਲੈ ਗਏ ਹੋਈਏ ਨਾ ਵੱਟ ਬਣਾਤੀ ਹੋਵੇ ਉਹ ਦਿਨ ਰਾਤ ਸਾਨੂੰ ਦੁਖਦੀ ਰਹਿੰਦੀ ਹੈ ਗਲਤ ਕੰਮ ਕਰਤਾ ਕਦੇ ਵੀ ਪਟਵਾਰੀ ਆ ਜਾਏਗਾ ਕਦੇ ਵੀ ਪਟਵਾਰੀ ਆਏਗਾ ਲੋਕਾਂ ਦੇ ਸਾਹਮਣੇ ਤਾਂ ਮੈਂ ਸੱਚਾ ਜ਼ਰੂਰ ਹਾਂ ਆਹੀ ਮੇਰੀ ਵੱਟ ਇੱਥੇ ਤੱਕ ਮੇਰੀ ਜ਼ਮੀਨ ਦਾ ਹਿੱਸਾ ਪਰ ਜਿਸ ਦਿਨ ਪਟਵਾਰੀ ਆ ਗਿਆ ਪਰਦਾ ਕੱਢ ਲਈਆਂ ਉਸਨੇ ਮਿੰਤੀ ਸ਼ੁਰੂ ਹੋ ਗਈ ਤਾਂ ਉਸ ਦਿਨ ਫਿਰ ਪੰਚਾਇਤ ਦੇ ਅੰਦਰ ਪਿੰਡ ਦੇ ਅੰਦਰ ਗ੍ਰਾਮ ਦੇ ਅੰਦਰ ਬਲਾਦਰੀ ਦੇ ਅੰਦਰ ਬਹਿਣ ਜੋਗਾ ਨਹੀਂ ਰਹੇਗਾ ਇੰਨੀ ਕੀ ਗੱਲ ਜੋਗੇ ਆ ਤਾਂ ਦੂਜੇ ਦੀ ਜ਼ਮੀਨ ਹੜਪ ਕੀਤੀ ਭਗਤ ਬਾਬਾ ਕਬੀਰ ਸਾਹਿਬ ਨੇ ਕਮਾਲ ਕਰ ਦਿੱਤੀ ਇਹਨਾਂ ਨੇ ਹਰੀ ਦੇ ਲੋਕਾਂ ਨੂੰ ਹਰੀ ਜਨਾਂ ਨੂੰ ਹਰੀ ਪਰਮਾਤਮਾ ਦੇ ਭਗਤ ਪਿਆਰਿਆਂ ਨੂੰ ਸਤ ਸੰਗੀਆਂ ਨੂੰ ਸੰਬੋਧਨ ਕਰਕੇ ਕਿਹਾ ਸੁਣੋ ਹਰ ਕੇ ਲੋਗਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੁਣੋ ਹੋ ਲੋਕਾ ਅਨ ਗੁਰੂ ਅਰਜਨ ਦੇਵ ਮਹਾਰਾਜ ਵੀ ਕਹਿੰਦੇ ਸੁਣੋ ਲੋਕਾ ਕੀ ਸੁਣੀਏ ਮਹਾਰਾਜ ਕਬੀਰ ਸਾਹਿਬ ਨੂੰ ਕਹਿੰਦੇ ਕੀ ਸੁਣੀਏ ਹਰ ਕੇ ਲੋਗਾ ਮੈਨੂੰ ਡਰ ਪੈਂਦਾ ਪਟਵਾਰੀ ਦਾ ਰੋਜ਼ਾਨਾ ਅਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਸੁਣੋ ਲੋਕਾ ਕਹਿੰਦੇ ਕੀ ਸੁਣੀਏ ਮਹਾਰਾਜ ਕਹਿੰਦੇ ਮੈਂ ਪ੍ਰੇਮ ਰਸ ਪਾਇਆ ਇੱਕ ਪਾਸੇ ਡਰ ਹੈ ਦੂਜੇ ਪਾਸੇ ਡਰ ਨਹੀਂ
ਜੇ ਮੈਂ ਦਰਖਤ ਵੀ ਲਾਏ ਤੇ ਆਪਣੀ ਖੇਤੀ ਚ ਲਾਏ ਨੇ, ਆਪਣੀ ਵੱਟ ਬੰਨੇ ਤੋਂ ਅੰਦਰ ਲਾਏ ਨੇ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਨਾਮ ਦਿਵਾਇਆ। ਗਰੀਬ ਨਵਾਜ ਪਾਤਸ਼ਾਹ ਨੇ ਮੈਨੂੰ ਨਾਮ ਦਿਵਾਇਆ। ਕਿੱਥੋਂ ਦਿਵਾਇਆ? ਸਤਿਗੁਰੂ ਨਾਮ ਦਿਵਾਉਂਦਾ ਹੈ? ਹਾਂਜੀ ਦਿਵਾਉਂਦਾ। ਕਿੱਥੋਂ ਦਿਵਾਇਆ? ਕਹਿੰਦੇ ਅਕਾਲ ਪੁਰਖ ਪਰਮਾਤਮਾ ਨੂੰ ਕਹਿ ਦਿੱਤਾ, ਮਹਾਰਾਜ ਇਹਦੀ ਝੋਲੀ 'ਚ ਨਾ ਪਾ ਦਿਓ, ਹੁਣ ਖੇਤੀ ਤਿਆਰ, ਇਸ ਦੀ ਖੇਤੀ ਅੰਦਰ ਨਾ ਪਾ ਦਿਓ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਘਰ ਦੀ ਚਾਰ ਦੀਵਾਰੀ ਦੀ ਗੱਲ ਕਰਦੇ ਨੇ। ਕਹਿੰਦੇ ਸੱਸ ਦਾ ਵੀ ਡਰ ਗਿਆ, ਦਰਾਣੀਆਂ ਤੇ ਜਠਾਣੀਆਂ ਦਾ ਵੀ ਡਰ ਮੁੱਕ ਗਿਆ। ਸੱਸੂ ਤੇ ਪਰਕੀਨੀ ਵਾਕ, ਦੇਰ ਜਠਾਣੀ ਮੋਈ ਦੁਖ ਸੰਤਾਪ, ਘਰ ਕੇ ਜਠੇਰੇ ਕੀ ਚੂਕੀ ਕਾਨ, ਫਿਰ ਰੱਖਿਆ ਕਿੰਨੀ ਸੁਗੜ ਸਜਾਨ। ਜਦੋਂ ਮੇਰਾ ਸੁਗੜ ਸਜਾਨ ਸਿਰ ਦਾ ਸਾਈਂ, ਉਹਨੇ ਮੇਰੀ ਰੱਖਿਆ ਕਰਦੀ, ਬਾਂਹ ਫੜ ਲਈ, ਉਹਨੇ ਮੇਰੀ ਬਾਂਹ ਫੜ ਲਈ। ਘਰ ਦੇ ਅੰਦਰ ਆ ਜਿਹੜੀਆਂ ਤੁਰੀਆਂ ਫਿਰਦੀਆਂ ਸਿਰ ਕੱਢ ਕੇ ਮੇਰੇ ਅੱਗੇ ਅੱਗੇ ਡਰਾਉਂਦੀਆਂ ਸਨ, ਦਰਾਣੀਆਂ ਜਠਾਣੀਆਂ, ਸੱਸ ਦਾ ਡਰ ਸੀ, ਉਹ ਡਰ ਮੁੱਕ ਗਿਆ। ਕਿਉਂਕਿ ਰੱਖਿਆ ਕਿੰਨੀ ਸੁਗੜ ਸਜਾਨ, ਮੇਰੇ ਸੁਗੜ ਸਜਾਨ ਮਾਲਕ ਨੇ ਮੇਰੀ ਬਾਂਹ ਪਕੜ ਲਈ। ਜਦੋਂ ਉਹਨੇ ਬਾਂਹ ਪਕੜੀ ਤੇ ਕਹਿੰਦੇ ਸੁਤੇ ਸਿੱਧ, ਕਹਿੰਦੇ ਆ ਪ੍ਰੇਮ ਰਸ ਹੈ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ। ਪ੍ਰੇਮ ਰਸ ਕਿਧਰੋਂ ਨਹੀਂ ਆਇਆ? ਉਹਨੇ ਜਦੋਂ ਮੇਰੀ ਰੱਖਿਆ ਕੀਤੀ, ਸਿਰ ਤੇ ਹੱਥ ਰੱਖ ਦਿੱਤਾ ਤਾਂ ਪ੍ਰੇਮ ਰਸ ਉਤਪੰਨ ਹੋ ਗਿਆ। ਹੁਣ ਮੈਨੂੰ ਦੁਰਜਨਾਂ ਦਾ ਡਰ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ, ਪੰਜ ਚੋਰ ਨੇ ਇਸ ਦੇਹੀ ਅੰਦਰ। ਤੇ ਕਬੀਰ ਸਾਹਿਬ ਵੀ ਉਹਨਾਂ ਪੰਜਾਂ ਚੋਰਾਂ ਦੀ ਗੱਲ ਕਰਦੇ ਪਏ ਨੇ। ਏਕ ਕੋਟ ਪੰਜ ਸਿਕਦਾਰਾ, ਇੱਕ ਪਿੰਡ ਦੇ ਪੰਜ ਚੌਧਰੀ ਹੁਣ ਤੇ ਆਪਣੀ ਜ਼ੋਰ ਜਮਾਇਸ਼ ਕਰਦੇ ਰਹਿੰਦੇ ਨੇ। ਕਦੇ ਕਿਸੇ ਨੂੰ ਉਸ ਭਲਵਾਨ ਨੇ ਢਾਇਆ ਹੁੰਦਾ, ਕਦੇ ਉਸ ਚੌਧਰੀ ਨੇ ਢਾਇਆ ਹੁੰਦਾ। ਸਾਡੇ ਸਰੀਰ ਦੇ ਅੰਦਰ ਇਹ ਪੰਜੇ ਨੇ, ਇਹ ਢਾ ਕੇ ਹੀ ਰੱਖਦੇ ਨੇ ਕਦੇ ਨਾ ਕਦੇ। ਕਦੇ ਹੰਕਾਰ ਢਾ ਲੈਂਦਾ, ਕਦੇ ਕ੍ਰੋਧ ਢਾ ਲੈਂਦਾ, ਕਾਮ ਲੋਭ ਮੋਹ ਇਹ ਢਾਈ ਰੱਖਦੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੁੱਟੇ ਕਰਦੇ ਕੀ ਨੇ? ਕਹਿੰਦੇ ਚੰਗੀਆਂ ਚੀਜ਼ਾਂ ਲੁੱਟ ਕੇ ਲੈ ਜਾਂਦੇ। ਡਰ ਜੇ ਹੋਇਆ ਚੌਧਰੀ ਇਹੀ ਕਰਦੇ ਨਾ, ਕਿੰਨਾ ਕਿੰਨਾ ਤਬੋਲ ਲਾ ਦਿੰਦੇ ਨੇ, ਕਿੰਨਾ ਕਿੰਨਾ ਲਿਆਓ ਇਹ ਚੀਜ਼ ਲੈ ਕੇ ਆਓ, ਗਰੀਬਾਂ ਨੂੰ ਦਬਕੇ ਮਾਰ ਮਾਰ ਕੇ ਲਿਆਓ, ਇੱਧਰ ਲਿਆਓ, ਫਲਾਣੀ ਚੀਜ਼ ਲਿਆਓ, ਟਮਕਾਣੀ ਚੀਜ਼ ਲੈ ਕੇ ਆਓ। ਖੇਤਾਂ ਵਿੱਚ ਵੜ ਜਾਂਦੇ ਨੇ, ਹੋਰ ਕੁਝ ਨਹੀਂ ਤੇ ਖਰਬੂਜੇ ਹੀ ਤੋੜ ਕੇ ਉਜਾੜਦੇ ਨੇ, ਗੰਨਾ ਹੀ ਤੋੜ ਤੋੜ ਕੇ ਖੇਤੀ ਉਜਾੜਦੇ। ਬਾਦਸ਼ਾਹ ਕਹਿੰਦੇ ਇਹ ਪੰਜ ਚੌਧਰੀ ਨੇ ਨਾ ਜਿਹੜੇ, ਇਹਨਾਂ ਦਾ ਕੰਮ ਹੀ ਹੈ। ਏਕ ਕੋਟ ਪੰਜ ਸਿਕਦਾਰਾ, ਪੰਜੇ ਮੰਗੈ ਹਾਲਾ। ਹਾਲਾ ਕਹਿੰਦੇ ਟੈਕਸ ਨੂੰ, ਆਪਣੀ ਮਰਜ਼ੀ ਦੀ ਚੀਜ਼ ਮੰਗ ਲੈਣੀ। ਲਿਆ ਤੇ ਹਾਲਾ ਭਰਿਆ ਹੀ। ਜੀਮੀ ਨਹੀਂ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ ਹਰ ਕੇ ਲੋਗਾ, ਮੋਕੋ ਨੀਤ ਦੱਸੇ ਪਟਵਾਰੀ। ਇਸ ਕਰਕੇ ਕਹਿੰਦੇ ਮੈਨੂੰ ਆਸਾ ਮਨਸਾ ਤ੍ਰਿਸ਼ਨਾ ਇਹ ਸਤਾਉਂਦੀਆਂ ਪਈਆਂ ਨੇ। ਹੇ ਹਰੀ ਦੇ ਭਗਤੋ, ਹੇ ਹਰੀ ਦੇ ਸੇਵਕੋ, ਮੈਨੂੰ ਉਸ ਪਟਵਾਰੀ ਪਰਮਾਤਮਾ ਦਾ ਡਰ ਅੱਠੇ ਪੈਰ ਰਹਿੰਦਾ ਹੈ। ਰੱਬ ਦਾ ਡਰ, ਉਹ ਮੇਰੀ ਇੱਕ ਇੱਕ ਚੀਜ਼ ਮਿਣਦਾ ਪਿਆ। ਉਸ ਨੂੰ ਸਾਰੀ ਚੀਜ਼ ਦਾ ਪਤਾ ਹੈ, ਇਹਦੀ ਖੇਤੀ ਕਿੰਨੀ ਹੈ, ਇਹਦਾ ਖੇਤ ਕਿੰਨਾ, ਇਸ ਖੇਤ ਅੰਦਰ ਕੀ ਕੀ ਬੀਜਦਾ, ਮਾੜੀਆਂ ਚੀਜ਼ਾਂ ਕਿ ਚੰਗੀਆਂ, ਡਰ ਰਹਿੰਦਾ। ਤੇ ਜਿਹੜੇ ਸੰਸਾਰ ਵਿੱਚ ਆਏ ਨਾ ਮਹਾਤਮਾ ਲੋਕ, ਮਹਾਂਪੁਰਖ, ਉਹਨਾਂ ਦੀ ਫਿਰ ਗੱਲ ਨਿਰਾਲੀ ਹੋ ਜਾਂਦੀ। ਉਹ ਇਹ ਗੱਲ ਕਹਿੰਦੇ, ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ। ਐਸੇ ਸੰਤ ਮਹਾਤਮਾ ਦੁਨੀਆ ਦੇ ਅੰਦਰ ਬਹੁਤ ਤੁਰੇ ਫਿਰਦੇ ਹਨ, ਪਰ ਸੰਤ ਜਿਹੜੇ ਹਨ ਅਖੀਰ ਤੱਕ ਉਹਨਾਂ ਦੀ ਜਿਹੜੀ ਕਾਇਆ ਦੇ ਵਿੱਚੋਂ
ਉਹਨਾਂ ਦੇ ਸੱਚੇ ਨਾਮ ਦਾ ਬੋਲ ਬੋਲਦਾ। ਜਿਵੇਂ ਆ ਪਿੱਛੇ ਕਿਸਾਨ ਮੋਰਚੇ ਦੇ ਅੰਦਰ ਸੰਤ ਬਾਬਾ ਰਾਮ ਸਿੰਘ ਜੀ ਸਿੰਘੜਾ ਵਾਲੇ, ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ, ਸਰੀਰ ਦੀ ਬਲੀ ਦੇ ਦਿੱਤੀ। ਉਹਨਾਂ ਨੂੰ ਮੌਤ ਦਾ ਖੌਫ ਨਹੀਂ ਸੀ, ਮੌਤ ਦਾ ਭੈ ਹੀ ਨਹੀਂ ਰਿਹਾ। ਉਸ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਖਮਣੀ ਸਾਹਿਬ ਦੇ ਅੰਦਰ ਕਹਿੰਦੇ ਨੇ ਕਿ ਪ੍ਰਭ ਕੀ ਆਗਿਆ ਆਤਮ ਹਿਤਾਵ, ਆਤਮ ਹੱਤਿਆ ਨਹੀਂ, ਆਤਮ ਹਿਤਾਵ। ਪ੍ਰਭ ਦੀ ਆਗਿਆ ਅਨੁਸਾਰ ਸਰੀਰ ਛੱਡ ਦੇਣਾ, ਤਿਆਗ ਦੇਣਾ। ਉਹ ਕਿੱਡੇ ਮਹਾਤਮਾ। ਹੁਣ ਕੱਲ ਜਿਨ੍ਹਾਂ ਦਾ ਆਪਾਂ ਲਗਾਤਾਰ ਹਫ਼ਤਾ ਕੀਰਤਨ ਕਰ ਰਹੇ ਹਾਂ, ਸੰਤ ਬਾਬਾ ਕੁਲਦੀਪ ਸਿੰਘ ਜੀ ਜਿਹੜੇ ਇੱਥੇ ਵੀ ਪੂਰੇ ਹੋਏ ਨੇ, ਉਹਨਾਂ ਦੀ ਸੋ, ਉਹਨਾਂ ਦੇ ਗੁਣ, ਉਹਨਾਂ ਦਾ ਜਸ ਕੱਲ ਹੀ ਵੇਖ ਲਿਆ ਅੱਖਾਂ ਨਾਲ। ਔਰ ਹੁਣੇ ਬੈਠੀਆਂ ਵੀ ਗੱਲਾਂ ਬਾਤਾਂ ਸੱਜਣਾ ਮਿੱਤਰਾਂ ਨਾਲ ਹੋਈਆਂ ਤਾਂ ਉਹ ਵੀ ਦੱਸ ਰਹੇ ਸਨ ਵੀ ਬਹੁਤ ਪੁੱਤਾਂ ਦੀ ਹਸਤੀ ਸੀ। ਸਰੀਰ ਜਾਣਾ ਇਹ ਤਾਂ ਕਿਸ ਤਰ੍ਹਾਂ ਵੀ ਜਾਂਦਾ, ਰੋਗ ਨਾਲ ਜਾਵੇ, ਰੋਗ ਨਾ ਵੀ ਹੋਵੇ ਤਾਂ ਵੀ ਇਹ ਨਿਕਲ ਜਾਂਦਾ, ਪਤਾ ਨਹੀਂ ਲੱਗਦਾ। ਸੰਸਾਰ 'ਚ ਆਉਣ ਦਾ ਇੱਕ ਰਸਤਾ ਹੈ, ਮਾਂ ਦੇ ਉਦਰ ਵਿੱਚੋਂ। ਸੰਸਾਰ ਦੀ ਉਤਪਤੀ ਮਾਂ ਦੇ ਉਦਰ ਵਿੱਚੋਂ ਹੈ, ਇੱਕ ਰਸਤਾ ਹੈ। ਜਾਣ ਦੇ ਅਨੇਕਾਂ ਹੀ ਰਸਤੇ ਨੇ, ਜਾਣ ਦੇ ਰਸਤੇ ਖੁੱਲੇ ਛੱਡ ਦਿੱਤੇ। ਕਿਸ ਤਰ੍ਹਾਂ ਵੀ ਇਹ ਜੀਵ ਆਤਮਾ ਚਲੀ ਜਾਂਦੀ। ਆਉਣ ਦੇ ਰਸਤੇ ਇਸ ਤਰ੍ਹਾਂ ਨਹੀਂ ਵੀ ਜਿਵੇਂ ਮਰਜ਼ੀ ਆ ਜਾਓ ਛਾਲ ਮਾਰ ਕੇ, ਨਾ। ਆਉਣਾ ਹੈ, ਜਨਮ ਲੈਣਾ। ਸੰਤ ਗੁਰੂ ਅਵਤਾਰ ਉਹਨਾਂ ਨੂੰ ਵੀ ਜਨਮ ਲੈਣਾ ਤੇ ਮਾਂ ਦੇ ਉਦਰ ਵਿੱਚੋਂ ਆਉਣਾ ਪਏਗਾ। ਮਾਂ ਇੱਕ ਐਸੀ ਮਹਾਨ ਲੀਲਾ ਹੈ, ਵੱਡੀ ਧਰਤੀ ਦੀ ਉਪਜਾਊ ਮਾਂ ਹੈ, ਜਿਹਨੇ ਧਰਤੀ ਨੂੰ ਜਨਮ ਦਿੱਤਾ ਔਰ ਧਰਤੀ ਦੇ ਸੂਰਬੀਰਾਂ ਨੂੰ ਜਨਮ ਦਿੱਤਾ। ਆਉਣ ਦਾ ਰਸਤਾ ਮਾਂ ਬਣਾ। ਮਾਂ ਇੱਕ ਪਵਿੱਤਰ ਆਤਮਾ। ਔਰ ਜਾਣ ਲੱਗਿਆ ਮਾਂ ਨੂੰ ਵੀ ਨਹੀਂ ਪਤਾ, ਉਹਨੂੰ ਪਤਾ ਨਹੀਂ ਲੱਗਦਾ, ਜਿਹੜੀ ਸੰਸਾਰ ਦੇ ਵਿੱਚੋਂ ਜਨਮ ਦਵਾਉਂਦੀ ਹੈ। ਉਹ ਮਹਾਂਪੁਰਖ ਸੰਤ ਬਾਬਾ ਕੁਲਦੀਪ ਸਿੰਘ ਜੀ, ਉਹਨਾਂ ਦੀ ਯਾਦ ਵਿੱਚ ਹਫ਼ਤਾ ਭਰ ਲਗਾਤਾਰ ਕੀਰਤਨ ਕਰਨਾ। ਨਾਲ ਹੀ ਇਹ ਆਪਣਾ ਸ਼ਹੀਦਾਂ ਦਾ ਦਿਨ ਚੱਲਦੇ ਪਏ ਨੇ, ਸਾਹਿਬਜ਼ਾਦਿਆਂ ਦੇ, ਮਾਂ ਗੁਜਰੀ ਦੇ, ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੜੇ ਨਿਰਾਲੇ ਦਿਨ ਨੇ। ਔਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ। ਸੰਸਾਰ ਨੂੰ ਲੋਕ ਰੋਂਦੇ ਨੇ, ਪਰ ਕਬੀਰ ਸਾਹਿਬ ਕਹਿੰਦੇ ਸੰਤ ਚਲੇ ਜਾਣ ਤਾਂ ਰੋਣਾ ਨਹੀਂ। ਸੰਤ ਤਾਂ ਆਪਣੇ ਗ੍ਰਹਿ ਜਾਂਦੇ ਨੇ, ਆਪਣੇ ਘਰ ਚਲੇ ਜਾਂਦੇ ਨੇ। ਆਪਾਂ ਹੁਣ ਉੱਥੋਂ ਨਿਕਲਾਂਗੇ ਤੇ ਆਪਾਂ ਆਪਣੇ ਘਰ ਨੂੰ ਜਾਵਾਂਗੇ, ਤਾਂ ਇਹਦਾ ਮਤਲਬ ਰੋਣਾ ਥੋੜਾ। ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ ਜੋ ਹਟ ਹੈ ਹਟ। ਜਿਹੜੇ ਹੱਟੀਆਂ ਤੇ ਵਿਕਦੇ ਫਿਰਦੇ, ਜਿਹੜੇ ਆਪਣੀ ਕੀਮਤ ਪਾ ਰਹੇ ਨੇ, ਉਹਨਾਂ ਦੇ ਬਾਬਤ ਰੋਣਾ ਚਾਹੀਦਾ। ਐਡੇ ਮਹਾਤਮਾ ਮਹਾਂਪੁਰਖ, ਉਹਨਾਂ ਦੀ ਉਮਰ 65 ਸਾਲ ਦੀ ਸੀ। ਸੰਤ ਬਾਬਾ ਰਾਮ ਸਿੰਘ ਦੀ, ਸਿੰਘੜਾ ਸਾਹਿਬ ਵਾਲਿਆਂ ਦੀ ਦੇਖੋ ਵਡਿਆਈ। ਤੇ ਜਿਸ ਦਿਨ ਉਹਨਾਂ ਦਾ ਆਪੋ 25 ਤਾਰੀਖ ਨੂੰ ਨਾ ਸਾਲਾਨਾ ਦੁਸਹਿਰਾ ਉਹਨਾਂ ਦਾ ਕੀਰਤਨ ਹੋਇਆ, ਤਾਂ ਉਸੇ ਦਿਨ 65 ਸ੍ਰੀ ਅਖੰਡ ਪਾਠ ਸਾਹਿਬ। ਉਮਰ ਇੰਨੀ ਹੈ, ਸ਼ਰਧਾਲੂ ਬੜੇ ਨੇ, ਬੜੇ ਸੇਵਕ ਨੇ, ਉਹਨਾਂ ਦਾ ਜੀਵਨਾ ਸਦੀਵ ਸਦਾ ਰਹਿ ਜਾਂਦਾ। 65 ਸ੍ਰੀ ਅਖੰਡ ਪਾਠ ਸਾਹਿਬ ਸੰਗਤ ਨੇ ਲੈ ਲਏ। ਅਜੇ ਤੇ 65 ਲਾਏ ਨੇ, ਪਤਾ ਨਹੀਂ ਕਿੰਨੇ ਕੁ ਹੋ ਜਾਣੇ। ਇਸੇ ਤਰ੍ਹਾਂ ਇਹ ਗੁਰਮੁਖ ਪਿਆਰੇ ਬਾਬਾ ਕੁਲਦੀਪ ਸਿੰਘ ਦੇ ਵਾਸਤੇ ਵੀ ਕੱਲ ਬੜੀਆਂ ਸੰਗਤਾਂ, ਹਰੇਕ ਬੈਰਾਗ ਜਿਸ ਤਰ੍ਹਾਂ ਦੀ ਸੇਵਾ ਹੋਵੇ ਅਸੀਂ ਕਰਨ ਨੂੰ ਤਿਆਰ ਹਾਂ। ਤੋ ਮਹਾਰਾਜ ਮੇਰਾ ਕਰਨ, ਗੁਰਦੇਵ ਬਖਸ਼ਿਸ਼ ਕਰਨ। ਅੱਜ ਜਿਵੇਂ ਰੂਹ ਜਾਗਦੀ ਨਾ, ਸਾਡੀ ਆਤਮਾ ਜਾਗਦੀ, ਜਿਵੇਂ ਭਾਈ ਰਣਜੀਤ ਸਿੰਘ ਜੀ ਸਾਰੇ ਪਰਿਵਾਰ ਨੇ ਰਲ ਮਿਲ ਆਪ ਸਹਿਜ ਪਾਠ ਕੀਤਾ। ਭੈਣ ਜੀ ਗੁਰਦੇਵ ਕੌਰ ਦਾ ਰਣਜੀਤ ਸਿੰਘ, ਇਹਨਾਂ ਨੇ ਸਹਿਜ ਪਾਠ ਪ੍ਰਾਰੰਭ ਕੀਤਾ। ਬਾਣੀ ਦੇ ਦੀਦਾਰ ਕਰਨੇ, ਦਰਸ਼ਨ ਕਰਨੇ, ਰੱਬ ਦੇ ਨਾਲ ਜੁੜਨਾ। ਬਾਹਰਲੇ ਸਰੀਰ ਦਾ ਜਿਹੜਾ ਨਾ ਸਾਡਾ ਸਰੂਪ ਹੋਰ ਹੈ, ਆਤਮਾ ਦਾ ਸਰੂਪ ਹੋਰ। ਬਾਹਰ ਸਰੀਰ ਇਸਤਰੀ ਪੁਰਸ਼ ਹੈ, ਬਾਹਰ ਸਰੀਰ ਸੰਤ ਤੇ ਅਸੰਤ ਹੈ, ਬਾਹਰ ਸਰੀਰ ਚੋਰ ਤੇ ਸਾਧੂ ਹੈ। ਆਤਮਾ ਨਾ ਚੋਰ ਹੈ ਨਾ ਸਾਧੂ ਹੈ, ਆਤਮਾ ਨਾ ਇਸਤਰੀ ਹੈ ਨਾ ਪੁਰਸ਼ ਹੈ, ਆਤਮਾ ਨਾ ਗਰੀਬ ਹੈ ਨਾ ਅਮੀਰ ਹੈ। ਸਰੂਪ ਹੀ ਕੋਈ ਨਹੀਂ ਆਤਮਾ ਦਾ। ਇਸ ਲਈ ਆਤਮਾ
ਆਤਮ ਤਤ ਦਰਸੀ ਲੋਕ ਜਿਹੜੇ ਹਨ ਉਹ ਰੱਬ ਦੀ ਭੇਟ ਹੋ ਜਾਇਆ ਕਰਦੇ ਨੇ। ਇਹਨਾਂ ਤੇ ਵੀ ਅੱਜ ਸਤਿਗੁਰਾਂ ਬਖਸ਼ਿਸ਼ ਕੀਤੀ। ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਰੱਖੇ ਹੋਏ ਪਾਠਾਂ ਦੇ ਭੋਗ ਪਾਏ ਹਨ। ਤਾਂ ਜੀਵਨ ਜਦੋਂ ਗੁਰੂ ਵਾਲੇ ਪਾਸੇ ਚਲਾ ਜਾਂਦਾ ਨਾ, ਉਦੋਂ ਫਿਰ ਕਿਹਾ ਜਾਂਦਾ ਸੁਣੋ ਲੋਕਾ। ਇੱਥੇ ਕਹਿੰਦੇ ਨਾ ਸੁਣਾਈਏ, ਛਪਾ ਜਾਂਦੇ ਨੇ ਹੋਏ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦਿਨ। ਪਰ ਕੁਝ ਚੀਜ਼ਾਂ ਸੇਵਾਵਾਂ ਐਸੀਆਂ ਹੁੰਦੀਆਂ ਨੇ, ਉਹਨਾਂ ਨੂੰ ਉਜਾਗਰ ਕਰਨਾ ਪੈਂਦਾ। ਪਾਠ ਸਾਹਿਬ ਆਪਾਂ ਰਖਾਨੇ ਆ ਉਜਾਗਰ, ਸੇਵਾ ਆਵੇ ਉਹ ਉਜਾਗਰ, ਕੋਈ ਸੇਵਾ ਸਮਰਪਿਤ ਕਰੀਏ ਉਹ ਉਜਾਗਰ। ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਜਦੋਂ ਨਾਮ ਬਖਸ਼ਿਸ਼ ਹੋਈ ਦਿੰਦੇ ਨੇ ਇੱਕ ਇੱਕ ਬੂੰਦ। ਐਸਾ ਭਾਈ ਵੀਰ ਸਿੰਘ ਕਲਗੀਧਰ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਵੇਂ ਗਨੀ ਖਾਂ ਤੇ ਨਬੀ ਖਾਂ ਦੀ ਗੱਲ ਇੱਥੇ ਕੀਤੀ, ਔਰ ਗਨੀ ਖਾਂ ਤੇ ਨਬੀ ਖਾਂ ਦੀ ਪੋਤੀ ਦੀ ਗੱਲ, ਉਹਦਾ ਤੇ ਵਿਲੱਖਣਤਾ ਵਾਲਾ ਜੀਵਨ ਹੈ, ਉਹ ਵੀ ਆਪਾਂ ਵਿਚਾਰਾਂਗੇ। ਕਲਗੀਧਰ ਪਾਤਸ਼ਾਹ ਨਾਲ ਮਿਲਾਪ ਹੋਇਆ ਤਾਂ ਇਸ ਤਰ੍ਹਾਂ ਹੱਥ ਝੂਠੇ ਬਣਾ ਕੇ ਅੱਗੇ ਖੜੇ ਹੋਏ। ਤੇ ਗਨੀ ਖਾਂ ਨਬੀ ਖਾਂ ਤੁਸੀਂ ਤਾਂ ਸਾਡੇ ਪਹਿਰੇਦਾਰ ਰਹੇ ਹੋ ਅਨੰਦਪੁਰ ਸਾਹਿਬ, ਕੀ ਚਾਹੀਦਾ? ਡਾਕਟਰ ਸਾਹਿਬ ਭਾਈ ਵੀਰ ਸਿੰਘ ਦੇ ਇੱਕ ਬੂੰਦ ਅਸਾਨੂੰ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਦੇ ਇੱਕ ਬੂੰਦ ਅਸਾਨੂੰ ਨਿੱਕੀ ਨਿੱਕੀ ਹੀ ਦੇ ਸਾਈਆਂ, ਛੋਟੀ ਜੀ ਬੂੰਦ ਦੇ ਦੇ ਸਾਨੂੰ ਨਾਮ ਦੀ। ਦੇ ਇੱਕ ਬੂੰਦ ਅਸਾਨੂੰ ਸਾਈਆਂ, ਨਿੱਕੀ ਹੋਰ ਗੁਸਾਈ, ਨਿੱਕੀ ਹੋਰ ਗੁਸਾਈ। ਨਿੱਕੀ ਨਾਲੋਂ ਹੋਰ ਵੀ ਛੋਟੀ ਦੇ ਦੇ, ਅੱਧੀ ਅੱਧ 75 ਦੇ ਦੇ, ਨਿੱਕੀ ਹੋਰ ਗੁਸਾਈ ਅੱਧੀ ਦੇ ਦੇ। ਅੱਧੀ ਬੂੰਦ ਨਹੀਂ ਦੇਣੀ, ਅੱਧੀ ਨਾਲੋਂ ਚੌਥਾ ਹਿੱਸਾ ਦੇ ਦੇ, ਚੌਥਾ ਹਿੱਸਾ ਨਹੀਂ ਦੇਣਾ, ਛੱਟਾ ਜਿਹਾ ਮਾਰ ਦੇ। ਦੇ ਇੱਕ ਬੂੰਦ ਅਸਾਨੂੰ ਸਾਈਆਂ, ਨਿੱਕੀ ਹੀ ਦੇ ਸਾਈ, ਅੱਧੀ ਅੱਧ 75 ਦੇ ਦੇ, ਨਿੱਕੀ ਹੋਰ ਗੁਸਾਈ। ਇੰਨੀ ਛੋਟੀ ਜਿਹੀ ਬੂੰਦ ਦੇ ਦੇ, ਮੜੀ ਜਿਹੀ ਕਿਣਕਾ ਜਿਹਾ ਹੀ ਮਾਰ ਦੇ, ਤੇ ਤੇਰੇ ਕਿਣਕੇ ਦੇ ਨਾਲ ਸਾਡੇ ਜੀਵਨ ਦੇ ਅੰਦਰ ਰੰਗ ਆ ਜਾਣਾ। ਗਨੀ ਖਾਂ ਤੇ ਨਬੀ ਖਾਂ ਨੇ ਇਹ ਪੁਕਾਰ ਕੀਤੀ। ਤੇ ਕਲਗੀਧਰ ਪਾਤਸ਼ਾਹ ਨੇ ਪਿਆਰੇ ਨੇ ਅੱਖਾਂ ਦੇ ਵਿੱਚੋਂ ਹੀ ਅੰਮ੍ਰਿਤ ਉਡੇਲ ਦਿੱਤਾ। ਕਹਿ ਲੱਗੇ ਗਨੀ ਖਾਂ ਨਬੀ ਖਾਂ ਉੱਪਰ ਦੇਖੋ। ਪਾਤਸ਼ਾਹ ਕਿਵੇਂ ਦੇਖੀਏ? ਇੱਥੇ ਤਾਂ ਅੰਮ੍ਰਿਤ ਦੇ ਝਰਨੇ ਨੇ, ਅੱਖਾਂ ਥੋੜੀਆਂ ਨੇ, ਤੁਹਾਡੇ ਤਾਂ ਅੰਮ੍ਰਿਤ ਦੇ ਝਰਨੇ ਨੇ, ਅੰਮ੍ਰਿਤ ਦੇ ਪਿਆਲੇ ਨੇ, ਇਹਨਾਂ ਵਿੱਚੋਂ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਕਿਰਪਾ ਕਰ ਸਿਰ ਤੇ ਹੱਥ ਰੱਖ ਦੇ, ਇੰਨਾ ਹੱਥ ਰੱਖ ਦੇ। ਤੇਰੀਆਂ ਅੱਖਾਂ ਨੂੰ ਵੇਖਣ ਵਾਸਤੇ ਸਾਡੇ ਅੰਦਰ ਕਿੱਥੇ ਤਾਪ? ਤਾਂ ਅੱਖਾਂ ਸੰਸਾਰ ਨੂੰ ਵੇਖਣ ਵਾਲੀਆਂ ਨਿਰੰਕਾਰਾ, ਤੈਨੂੰ ਕਿੱਥੋਂ ਵੇਖਣ? ਇਹ ਇੱਕ ਬੂੰਦ ਅਸਾਨੂੰ ਸਾਈਆਂ, ਨਿੱਕੀ ਹੀ ਦੇ ਸਾਈ, ਅੱਧੀ ਅੱਧ 75 ਦੇ ਦੇ, ਛੋਟੀ ਹੋਰ ਗੁਸਾਈ। ਇੱਕ ਵਾਰ ਮਨ ਖੀਵਾ ਕਰ ਦੇ, ਪਿਆਸੇ ਅਸੀਂ ਨਾ ਰਹੀਏ। ਮਨ ਖੀਵਾ ਕਰ ਦੇ, ਤ੍ਰਿਪਤ ਹੋ ਜਾਏ, ਸਾਡੀ ਪਿਆਸ ਮੁੱਕ ਜੇ। ਜਨਮਾਂ ਜਨਮਾਤਰਾਂ ਦੀ ਐਸੀ ਕਮਾਲ ਦੀ ਜੀਵਨੀ ਹੋਏਗੀ। ਤੋ ਮਹਾਰਾਜ ਮੇਰਾ ਕਰਨ। ਕੱਲ੍ਹ ਦੀਆਂ ਦੀਵਾਨਾਂ ਵਿੱਚ ਨਾਲ ਨਾਲ ਜਿਵੇਂ ਸੰਤ ਬਾਬਾ ਕੁਲਦੀਪ ਸਿੰਘ ਜੀ, ਸੰਤਾਂ ਦਾ ਜੀਵਨ, ਨਾਲ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹੜੇ ਆਹ ਸੰਤ ਬਣਾਏ ਨੇ, ਗਨੀ ਖਾਂ ਨਬੀ ਖਾਂ, ਇਹ ਵੀ ਸੰਤਾਂ ਨਾਲ ਪਾਤਾ। ਛੋਟੀ ਜਿਹੀ ਬੱਚੀ ਪੋਤੀ ਦੇ ਉੱਪਰ ਨਿਗਾਹ ਪੈਂਦੀ ਕਲਗੀਧਰ ਪਾਤਸ਼ਾਹ ਦੀ, ਤੇ ਪੋਤੀ ਕੀ ਬੋਲਦੀ ਹੈ ਉਹ ਵੀ ਆਉਣ ਵਾਲੇ ਸਮੇਂ ਵਿੱਚ ਆਪਾਂ ਕੱਲ ਸਰਵ ਕਰਾਂਗੇ। ਪਾਤਸ਼ਾਹ ਕਹਿੰਦੇ ਹਰ ਕੇ ਲੋਕਾਂ ਮੋਕੋ ਨੀਤ ਦਸੇ ਪਟਵਾਰੀ, ਨੀਤ ਦਸੇ ਪਟਵਾਰੀ।